ਤੁਹਾਡੇ ਜਿਹੜੇ ਮਾਮਾ ਜੀ ਨੇ ਉਹ ਕਿਹੜੇ ਜਥੇਬੰਦੀ ਚ ਨੇ? विधि चंदियन ਵਿਧੀ ਚੰਦੀਆਂ ਚ। ਤੁਹਾਡਾ ਜਿਹੜਾ ਵੀਜ਼ਾ ਸੀਗਾ ਉਹ ਕਿਹੜੀ ਕੰਟਰੀ ਦਾ ਲੱਗ ਗਿਆ ਸੀ ਵੀਰੇ? दुबई ਦੁਬਈ ਦਾ। ਠੀਕ ਆ ਸੰਗਤ ਜੀ, ਵੀਰ ਦਾ ਨਾ ਸਪੇਨ ਦਾ ਵੀਜ਼ਾ ਲੱਗ ਗਿਆ ਸੀ ਜੀ। ਇਹ 에ਅਰਪੋਰਟ ਤੇ ਦਿੱਲੀ ਚਲਿਆ ਗਿਆ ਸੀ ਜੀ। ਦਿੱਲੀ ਤੋਂ ਜੀ ਇਹ ਜਦੋਂ 에ਅਰਪੋਰਟ ਤੇ ਚਲਿਆ ਗਿਆ, ਉੱਥੇ ਕੋਈ ਦਿਮਾਗੀ ਪ੍ਰੋਬਲਮ ਐਸੀ ਆ ਗਈ ਜੀ, ਦਿੱਲੀ ਤੋਂ ਵੀਰ ਮੁੜਿਆ 3 ਸਾਲ ਇਦਾਂ ਹੀ ਫਰੀ ਗਿਆ ਜੀ। ਉਸ ਟਾਈਮ ਦੇ ਜਿਹੜੇ ਹਾਲਾਤ ਨੇ ਸਾਰੀ ਸੰਗਤ ਨੇ ਦੇਖੇ ਸੀ, ਪਰ ਅੱਜ ਇਹ ਵੀਰ ਨੂੰ ਇੱਥੇ ਤੱਕ ਇਹਦੀ ਮੈਮਰੀ ਵਾਪਸ ਆ ਗਈ ਜੀ ਵੀ ਜਪਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਯਾਦ ਆ ਜੀ। ਬੜੀ ਚੜ੍ਹਦੀ ਕਲਾ ਹੋਊਗੀ, ਬੜੀ ਜਲਦੀ ਅਸੀਂ ਇਸ ਵੀਰ ਨੂੰ ਘਰੇ ਭੇਜ ਦਾਂਗੇ। ਇਸ ਵੀਰ ਦਾ ਸਾਡੇ ਕੋਲ ਪਰਿਵਾਰ ਵੀ ਲੱਭ ਗਿਆ ਜੀ, ਸਮਾਣੇ ਦੇ ਨਾਲ ਸਮਾਨਪੁਰ ਪਿੰਡ ਹੈ ਜੀ। ਬੜੀ ਸੋਹਣੀ ਜ਼ਿੰਦਗੀ ਇਸ ਵੀਰ ਦੀ ਲੰਘੂਗੀ ਜੀ। ਬਾਪੂ ਜੀ ਰੋਣਾ ਨਹੀਂ, ਬਸ ਸੰਗਤ ਨੂੰ ਫਤਿਹ ਬੁਲਾਓ ਪਹਿਲਾਂ ਤਾਂ। ਕਈ ਜਗ੍ਹਾ ਬਾਈ ਦੀ ਦੇਖਾ ਤੂੰ ਮੈਨਾਂ ਦੱਸ ਰੋਣਾ ਨਹੀਂ ਹੈਗਾ, ਤੁਹਾਡੇ ਬੱਚੇ ਨਹੀਂ ਹੈਗੇ, ਅਸੀਂ ਦੱਸੋ ਰੋਣਾ ਨਹੀਂ ਹੈਗਾ। ਇਹ ਵੀਰ ਦੇ ਉਸ ਟਾਈਮ ਦਾੜੀ ਨਹੀਂ ਸੀਗੀ ਜੀ। ਇਹਨੇ 25 ਸਾਲ ਇੱਕ ਬਾੜੇ ਦੇ ਵਿੱਚ ਫ੍ਰੀ ਆਫ ਕਾਸਟ ਦੇ ਵਿੱਚ ਕੰਮ ਕੀਤਾ ਜੀ। ਬਸੀ ਗੁੱਜਰਾਂ ਪਿੰਡ ਸੀ ਚਮਕੌਰ ਸਾਹਿਬ ਦੇ ਨਾਲ ਜੀ। ਉੱਥੋਂ ਛਡਵਾਇਆ ਸੀ ਜੀ। ਦੋਨੇ ਕੰਨ ਬਿੰਨੇ ਹੋਏ ਨੇ ਜੀ, ਸਰੀਰ ਤੇ ਕੋਈ ਵੀ ਨਿਸ਼ਾਨੀ ਨਹੀਂ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਰਬਾਨੀਆਂ ਅਖੰਡ ਬਾਣੀ ਦੇਖ ਰਹੀਆਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ। ਜਿਵੇਂ ਕਿ ਤੁਸੀਂ ਜਾਣਦੇ ਹੋ, ਪਹਿਲਾ ਐਪੀਸੋਡ ਦੇ ਵਿੱਚ ਅਸੀਂ ਪਾਲ ਖਰੋੜ ਵੀਰ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਤੁਹਾਨੂੰ ਕਿ ਇੱਕ ਸਵਰਗ ਜਿਹੜਾ ਆ ਉਹ ਪਟਿਆਲਾ ਲਚਕਾਣੀ ਪਿੰਡ ਦੇ ਵਿੱਚ ਵੀ ਖੁੱਲ੍ਹਿਆ ਤੇ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਬਹੁਤ ਸਾਰੇ ਵੀਰ ਵੀ ਬੈਠੇ ਹੋਏ ਨੇ। ਤੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਬਹੁਤ ਸਾਰੇ ਬੱਚੇ ਅਜਿਹੇ ਨੇ, ਨੌਜਵਾਨ ਅਜਿਹੇ ਨੇ, ਬਜ਼ੁਰਗ ਅਜਿਹੇ ਨੇ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ। ਜਿਹੜਾ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚੇ, ਤੁਹਾਡੇ ਸਾਹਮਣੇ ਆਉਣ ਦੀ ਵੀਡੀਓਜ਼ ਅਸੀਂ ਨਸ਼ਰ ਕਰੀਏ। ਜੇਕਰ ਤੁਹਾਡੇ ਸਰਕਲ ਦੇ ਵਿੱਚੋਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਦਾ ਕੋਈ ਨੋਨ ਹੈ, ਕਿਸੇ ਦਾ ਬੱਚਾ ਆ, ਭਰਾ ਆ, ਜਾਣਕਾਰੀ ਤੁਹਾਨੂੰ ਹੈ, ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ। ਕਿਉਂਕਿ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੋ ਸਕਦਾ ਜੇ ਕਿਸੇ ਨੂੰ ਆਪਣੇ ਟੱਬਰ ਤੋਂ ਕੋਈ ਵਿਛੜਿਆ ਤੁਸੀਂ ਮਿਲਵਾ ਦਿੰਦੇ ਹੋ। ਤੇ ਪਾਲਵੀਰ ਆ ਕੇ ਦੱਸਣ ਦੀ ਇਹ ਵੀਰ ਜੀ ਸੰਜੇ ਆ ਜੀ। ਵੀਰੇ ਨੇ ਸੰਜੇ ਸਾਨੂੰ ਨਾਮ ਦੱਸਿਆ ਜੀ। ਤੇ ਇਹਨੇ ਇਹ ਦੱਸਿਆ, संजय आप कहाँ के रहने वाले हो? मुरादाबाद में कहाँ रहते हो? मुरादाबाद में कहाँ रहते हो? मुरादाबाद में कहाँ रहते हो? वो आपके मम्मा देख रहे हैं, आपके पिताजी देख रहे हैं, आप बता दो कहाँ रहते हो मुरादाबाद में। उनको बोल दो भी मुझे आकर यहाँ से ले जाओ, बोल दो नहीं जी। ਇਹਨੇ ਨਾ ਜੀ ਸਾਨੂੰ ਮੋਹਾਲੀ 6 ਫੇਸ ਤੋਂ ਮਿਲਿਆ ਸੀ ਸੰਗਤ ਜੀ। ਇਹ ਬਹੁਤ ਬੁਰੇ ਹਾਲਾਤ ਸੀ। ਇਹ ਵੀਰ ਨੂੰ ਦੌਰਾ ਪੈਂਦਾ ਜੀ, ਬਹੁਤ ਹੀ ਭਿਆਨਕ ਦੌਰਾ ਪੈਂਦਾ ਜੀ। ਟੋਇਲਟ ਵੀ ਨਿਕਲ ਜਾਂਦੀ ਹੈ ਜੀ, ਬਾਥਰੂਮ ਵੀ ਨਿਕਲ ਜਾਂਦਾ ਜੀ। ਅੱਗੇ ਦਵਾਈ ਚੱਲ ਰਹੀ ਹੈ ਜੀ। ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਵੀਰ ਦਾ ਸਾਨੂੰ ਹਾਲ ਤੱਕ ਘਰ ਨਹੀਂ ਲੱਭਿਆ ਜੀ। ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜੀ। ਜਿੱਦਾਂ ਜੀ ਇਹ ਆਪਣਾ ਆਸ਼ਿਫ ਵੀਰ ਆ ਜੀ, ਇਹ ਸਾਨੂੰ ਨਾਭੇ ਸ਼ਹਿਰ ਤੋਂ ਮਿਲਿਆ ਸੀ। आशिफ कहाँ के रहने वाले हो आप? हैं कहाँ के रहने वाले हो? आपके पिताजी का क्या नाम है? आशिफ क्या नाम है पिताजी का? लियाकत। तो आप कहाँ के रहने वाले हो? सलेमपुर। ये कहाँ है सलेमपुर? थाने के बगल में। कहाँ है सलेमपुर? आपके पिताजी का क्या नाम है? पिताजी का क्या नाम है? पिताजी का क्या नाम है? लियाकत। माता का क्या नाम है? माता का अनवरी। बहन का क्या नाम है? बहन का गुलशन। आपका क्या नाम है? शरीफ। आशिफ। आशिफ नहीं है संगत जी। बड़ी खुशी की गल है, पहली बार यह शब्द बोले जी। आप कहाँ के रहने वाले हो? कहाँ के रहने वाले हो? कहाँ है आपका गांव? कहाँ है गाँव? हाँ गाँव कहाँ है गांव? कौन सा कहाँ है गांव? सलेमपुर। कहाँ है सलेमपुर? हाँ कहाँ है सलेमपुर? बचपन कहाँ पे बीता तुम्हारा? छोटे होते कहाँ रहते थे? सब दादरा। ये कहाँ है? मम्मा कहाँ है आपके? मामा ये सामने किधर? स्कूल में तो है। आपका गांव कहाँ है? क्या नाम बताया था आपने गांव का? ये कह देता जी कुछ करे जी। पहली बारी जी संगत जी ये शब्द बोलिया जी। ये पहली बारी जी। पर इन्हें सानू पिछली बारी कहा थी मैं बिजनौर का रहने वाला जी। पिछली बारी बिजनौर बोलिया सी जी, होर कुछ नहीं बोलिया थी संगत जी। जरूर तुसीं एक बारी नेड़े करके कैमरा इहदी शक्ल देखी जावे जी, क्योंकि दस्तार च हो सकता पछाण च ना आवे जी। ਇਹ ਜ਼ਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜੀ। ਮਾਂ-ਬਾਪ ਜ਼ਰੂਰ ਲੱਭ ਕੇ ਦਿੱਤੇ ਜਾਣ। ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਅੱਗੇ ਵੀ ਇਸ ਵੀਰ ਦੇ ਪਰਿਵਾਰ ਸਾਨੂੰ ਜ਼ਰੂਰ ਲੱਭ ਕੇ ਦਿੱਤੇ ਜਾਣ ਦੀ ਸਾਡੀ ਸਭ ਤੋਂ ਵੱਡੀ ਖੁਸ਼ੀ ਹੋਊਗੀ। ਇਹ ਰਾਜੂ ਆ ਜੀ, ਇਹ ਅਸੀਂ ਇੱਕ ਬਾੜੇ ਦੇ ਵਿੱਚੋਂ ਛਡਵਾਇਆ ਸੀ ਜੀ। ਇਹ ਵੀ ਜ਼ਰੂਰ ਕੈਮਰਾ ਨੇੜੇ ਕਰਕੇ ਸੰਗਤ ਦੇਖੇ ਜੀ। ਇਹ ਵੀਰ ਦੇ ਉਸ ਟਾਈਮ ਦਾੜੀ ਨਹੀਂ ਸੀਗੀ ਜੀ। ਇਹਨੇ 25 ਸਾਲ ਇੱਕ ਬਾੜੇ ਦੇ ਵਿੱਚ ਫ੍ਰੀ ਆਫ ਕਾਸਟ ਦੇ ਵਿੱਚ ਕੰਮ ਕੀਤਾ ਜੀ।
ਬਸੀ ਗੁੱਜਰਾਂ ਪਿੰਡ ਸੀ ਚਮਕੌਰ ਸਾਹਿਬ ਦੇ ਨਾਲ ਜੀ। ਉੱਥੋਂ ਛਡਵਾਇਆ ਸੀ ਜੀ। ਦੋਨੇ ਕੰਨ ਬਿੰਨੇ ਹੋਏ ਨੇ ਜੀ, ਸਰੀਰ ਤੇ ਕੋਈ ਵੀ ਨਿਸ਼ਾਨੀ ਨਹੀਂ ਹੈਗੀ। ਸੰਗਤ ਜੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਜੀ। ਬਾਕੀ ਸਾਡੇ ਕੋਲ ਜਿੰਨੇ ਵੀ ਨੇ ਜੀ ਸਾਰਿਆਂ ਦੇ ਘਰ ਸਾਨੂੰ ਪਤਾ ਨੇ ਜੀ। ਉਹ ਬਾਪੂ ਜੀ ਅਸੀਂ ਹੰਸਾਲੀ ਸਾਹਿਬ ਦੇ ਕੋਲੋਂ ਲੈ ਕੇ ਆਂਦੇ ਸੀ ਜੀ। ਇਹ ਬਾਪੂ ਜੀ ਅਸੀਂ ਬੜੀ ਪਿੰਡ ਤੋਂ ਲਿਆਂਦੇ ਤੇ। ਬਾਪੂ ਜੀ ਸੰਗਤ ਨੂੰ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਬਾਪੂ ਜੀ? ਠੀਕ ਹੈ ਜੀ ਬਸ ਵਧੀਆ ਵਧੀਆ ਜੀ। ਠੀਕ ਚੱਲਦੀ ਹੈ ਜ਼ਿੰਦਗੀ, ਸੰਗਤ ਨੂੰ ਦੱਸ ਦਿਓ। ਹਾਂ ਵਧੀਆ ਜੀ ਬਹੁਤ। ਇਹ ਬਾਪੂ ਜੀ ਦਾ ਪਿੰਡ ਆ ਜੀ ਪਮਾਲਾ ਜੀ, ਲੁਧਿਆਣੇ ਦੇ ਨਾਲ ਜੀ। ਇਹਨਾਂ ਦੇ ਪੈਰ ਦੇ ਵਿੱਚ ਕੀੜੇ ਪੈ ਗਏ ਸੀ ਜੀ। ਉਮਾਲੇ ਹਾਂਜੀ ਬਾਪੂ ਜੀ ਕੀ ਨਾਮ ਆ ਤੁਹਾਡਾ? ਭਿੰਦਰ ਸਿੰਘ। ਅੱਛਾ ਠੀਕ ਹੈ। ਸੰਗਤ ਨੂੰ ਫਤਿਹ ਬੁਲਾਓ ਪਹਿਲਾਂ ਤਾਂ। ਇਹ ਬਾਪੂ ਜੀ ਨਾ ਜੀ ਰਜਿੰਦਰਾ ਹਸਪੀਟਲ ਦੇ ਬਾਹਰ ਪੈ ਰਹੇ ਕਰੀਬ 1 ਸਾਲ ਜੀ। ਪੈਰ 'ਚ ਕੀੜੇ ਪੈ ਗਏ ਤੇ ਜੀ। ਉਸ ਟਾਈਮ ਦੇ ਹਾਲਾਤ ਬਹੁਤ ਤਰਸਯੋਗ ਸੀਗੇ ਜੀ। ਅੱਜ ਗੁਰੂ ਸਾਹਿਬ ਨੇ ਕਿਰਪਾ ਕਰਤੀ ਜੀ, ਸਾਡੇ ਸਤਿਕਾਰਯੋਗ ਨੇ ਇਸ ਟਾਈਮ ਜੀ। ਵਧੀਆ ਸੋਹਣੀ ਜ਼ਿੰਦਗੀ ਲੰਘ ਰਹੀ ਹੈ ਜੀ। ਇਹ ਕੌਰ ਸਿੰਘ ਆ ਜੀ। ਇਹ ਪਿਛਲੇ 17 ਸਾਲ ਪਰਿਵਾਰ ਨੇ ਬੰਨ੍ਹ ਕੇ ਰੱਖਿਆ ਸੰਗਲਾਂ ਨੂੰ। ਕੌਰੇ ਫਤਿਹ ਬੁਲਾ ਦਿਓ ਸੰਗਤ ਨੂੰ। ਇਹ ਵੀਰ ਜੀ ਇਹਨਾਂ ਨੂੰ ਕਾਫੀ ਇਲਾਜ ਕਰਵਾਉਣ ਦੀ ਪਰਿਵਾਰ ਨੇ ਕੋਸ਼ਿਸ਼ ਕੀਤੀ ਸੀ ਜੀ। ਕੌਰੇ ਤੁਹਾਡਾ ਕਿਹੜਾ ਪਿੰਡ ਆ ਸਾਰਾ ਦੱਸੋ ਵੀਰ। ਮਮਾਲ ਹੈ ਮਮਾਲ ਇਹ ਕਿੱਥੇ ਪੈਂਦਾ? ਨੌਰ ਕੋਲ ਉੱਪਰ ਹੋ ਕੇ ਦੱਸੋ ਮੜਾ। ਨੌਰ ਲਵੇ ਛੁੱਟ ਲਓ। ਠੀਕ ਆ। ਇਹ ਵੀਰ ਦਾ ਜੀ ਦਿਮਾਗੀ ਹਾਲਾਤ, ਦਵਾਈ ਚੱਲ ਰਹੀ ਆ ਵੀਰ ਜੀ। ਬਾਕੀ ਅੱਗੇ ਪਹਿਲਾਂ ਨਾਲੋਂ ਬਹੁਤ ਫਰਕ ਆ ਜੀ। ਪਿਛਲੇ 17 ਸਾਲ ਸੰਗਲ ਮਾਰ ਕੇ ਰੱਖਿਆ ਪਰਿਵਾਰ ਨੂੰ। ਇਹ ਸਾਡੇ ਸਤਿਕਾਰਯੋਗ ਨੇ ਵੀਰ ਸਰਬਣ। ਇਹ ਵੀ ਸਾਡੇ ਕੋਲ ਸੇਵਾਦਾਰ ਨੇ ਤੇ ਇਹਨਾਂ ਦੇ ਪੈਰਾਂ ਦੇ ਹਾਲਾਤ ਵੀ ਬਹੁਤ ਤਰਸਯੋਗ ਨੇ ਜੀ। ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਜ਼ਖਮ ਨਹੀਂ ਦਿਖਾ ਪਾਵਾਂਗੇ ਜੀ। ਪੈਰਾਂ ਦੇ ਹਾਲਾਤ ਵੀਰ ਦੇ ਬਹੁਤ ਤਰਸਯੋਗ ਨੇ। ਇਲਾਜ ਚੱਲ ਰਿਹਾ। ਇਹ ਵੀਰ ਸਾਡੇ ਸਤਿਕਾਰਯੋਗ ਨੇ, ਸਭ ਤੋਂ ਵੱਡੇ ਨੇ ਸਾਡੇ ਨਾਲ ਸੇਵਾ ਦੇ ਵਿੱਚ ਵੀ ਹਿੱਸਾ ਪਾਉਂਦੇ ਨੇ। ਉਹ ਵੀਰ ਆ ਜੀ ਕੁਲਦੀਪ ਸਿੰਘ ਸੋਨੀ। ਪਹਿਲਾਂ ਫਤਿਹ ਬੁਲਾਓ ਸਾਰਾ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਕਿਹੜਾ ਪਿੰਡ ਆ ਤੁਹਾਨੂੰ ਸਾਰਾ ਕੁਝ ਦੱਸ ਦਿਓ ਵੀਰੇ ਉਹਨਾਂ ਨੂੰ ਸਾਰਾ। ਅਸਮਾਨਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਜੀ। ਅੱਛਾ ਤੁਹਾਡਾ ਕੀ ਨਾਮ ਆ? ਸੋਨੀ ਕੁਲਦੀਪ ਸਿੰਘ। ਡੈਡੀ ਦਾ ਅਜੀਤ ਸਿੰਘ। ਤੁਹਾਡੇ ਜਿਹੜੇ ਮਾਮਾ ਜੀ ਨੇ ਉਹ ਕਿਹੜੇ ਜਥੇਬੰਦੀ ਚ ਨੇ? ਵਿਧੀ ਚੰਦੀਆਂ ਵਿਧੀ ਚੰਦੀਆਂ ਚ। ਤੁਹਾਡਾ ਜਿਹੜਾ ਵੀਜ਼ਾ ਸੀਗਾ ਉਹ ਕਿਹੜੀ ਕੰਟਰੀ ਦਾ ਲੱਗ ਗਿਆ ਸੀ ਵੀਰੇ? ਦੁਬਈ। ਦੁਬਈ ਦਾ। ਠੀਕ ਆ। ਸੰਗਤ ਜੀ ਇਹ ਵੀਰ ਦਾ ਨਾ ਸਪੇਨ ਦਾ ਵੀਜ਼ਾ ਲੱਗ ਗਿਆ ਸੀ ਜੀ। ਇਹ 에ਅਰਪੋਰਟ ਤੇ ਦਿੱਲੀ ਚਲਿਆ ਗਿਆ ਸੀ। ਦਿੱਲੀ ਤੋਂ ਜੀ ਇਹ ਜਦੋਂ 에ਅਰਪੋਰਟ ਤੇ ਚਲਿਆ ਗਿਆ ਉੱਥੇ ਕੋਈ ਦਿਮਾਗੀ ਪ੍ਰੋਬਲਮ ਐਸੀ ਆ ਗਈ ਜੀ। ਦਿੱਲੀ ਤੋਂ ਵੀਰ ਮੁੜਿਆ 3 ਸਾਲ ਇਦਾਂ ਹੀ ਫਿਰੀ ਗਿਆ ਜੀ। ਉਸ ਟਾਈਮ ਦੇ ਜਿਹੜੇ ਹਾਲਾਤ ਨੇ ਸਾਰੀ ਸੰਗਤ ਨੇ ਦੇਖੇ ਸੀ। ਪਰ ਅੱਜ ਇਹ ਵੀਰ ਨੂੰ ਇੱਥੇ ਤੱਕ ਇਹਦੀ ਮੈਮਰੀ ਵਾਪਸ ਆ ਗਈ ਜੀ ਵੀ ਜਪਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਯਾਦ ਆ ਜੀ। ਬੜੀ ਚੜ੍ਹਦੀ ਕਲਾ ਹੋਊਗੀ। ਬੜੀ ਜਲਦੀ ਅਸੀਂ ਇਸ ਵੀਰ ਨੂੰ ਘਰੇ ਭੇਜ ਦਾਂਗੇ। ਇਸ ਵੀਰ ਦਾ ਸਾਡੇ ਕੋਲ ਪਰਿਵਾਰ ਵੀ ਲੱਭ ਗਿਆ ਜੀ। ਸਮਾਣੇ ਦੇ ਨਾਲ ਸਮਾਨਪੁਰ ਪਿੰਡ ਆ ਜੀ। ਬੜੀ ਸੋਹਣੀ ਜ਼ਿੰਦਗੀ ਇਸ ਵੀਰ ਦੀ ਲੰਘੂਗੀ ਜੀ। ਇਹ ਬਾਪੂ ਜੀ ਅਸੀਂ ਹੰਸਾਲੀ ਸਾਹਿਬ ਦੇ ਨਾਲੋਂ ਨਛੱਤਰ ਸਿੰਘ ਬਾਪੂ ਜੀ ਫਤਿਹ ਬੁਲਾ ਦਿਓ ਸੰਗਤ ਨੂੰ। ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਬਾਪੂ ਜੀ ਸੰਗਤ ਜੀ ਪਹਿਲਾਂ ਠੀਕ ਸੀ ਜੀ। ਇਹ ਬਾਪੂ ਜੀ ਭਾਵਕ ਹੋ ਗਏ। ਇਹਨਾਂ ਨੂੰ ਦਿਮਾਗ ਦਾ ਨਾ ਅਟੈਕ ਆ ਗਿਆ ਸੀ ਜੀ। ਅਧਰੰਗ ਦਾ ਅਟੈਕ ਆ ਗਿਆ ਸੀ ਜੀ। ਥੋੜੇ ਦਿਨ ਪਹਿਲਾਂ ਸੰਗਤ ਨੇ ਸਾਡਾ ਸਾਥ ਦਿੱਤਾ, ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਬਾਪੂ ਜੀ ਨੂੰ ਅਸੀਂ ਛੁੱਟੀ ਕਰਾ ਕੇ ਲੈ ਕੇ ਆਏ ਜੀ। ਪਹਿਲਾਂ ਹਾਲਾਤ ਬਹੁਤ ਠੀਕ ਸੀ ਜੀ। ਆਪਦੇ ਪਿੰਡ ਦੇ ਬੱਸ ਸਟੈਂਡ ਦੇ ਵਿੱਚ 4 ਸਾਲ ਇਹਨਾਂ ਨੇ ਜੀਵਨ ਜਿਹੜਾ ਨਰਕ ਭਰਿਆ ਕੱਢਿਆ। ਤੁਸੀਂ ਰੋਂਦੇ ਕਾਹਤੋਂ? ਤੁਸੀਂ ਫਤਿਹ ਬੁਲਾਓ ਸੰਗਤ ਨੂੰ। ਸਾਰੇ ਬੱਚੇ ਦੇਖ ਰਹੇ ਨੇ। ਸਾਰੇ ਬਾਪੂ ਬੱਚੇ ਰੋਣ ਦੀ ਲੋੜ ਨਹੀਂ ਹੈਗੀ। ਪੁੱਤ ਤੇਰੇ ਨਾਲ ਖੜੇ ਆ। ਫੇਰ ਤੈਨੂੰ ਕਾਹਦੀ ਚਿੰਤਾ ਦੱਸ ਹੈ? ਬਾਪੂ ਨਾ ਰੋ ਨਾ। ਸੰਗਤ ਸਾਰੀ ਦੇਖਦੀ ਪਈ ਹੈ। ਕਿਉਂ ਰੋਣਾ ਆ? ਦੱਸੋ ਦਿਲ 'ਚ ਕੁਛ ਹੈ? ਕੁਛ ਕਹਿਣਾ ਹੈ? ਬੋਲੋ ਕੁਛ ਕਹਿਣਾ ਚਾਹੁੰਦੇ ਹੋ ਸੰਗਤ? ਬਾਪੂ ਜੀ ਰੋਣਾ ਨਹੀਂ, ਬਸ ਸੰਗਤ ਨੂੰ ਫਤਿਹ ਬੁਲਾਓ ਪਹਿਲਾਂ ਤਾਂ। ਕਈ ਜਗ੍ਹਾ ਦਾ ਵਾਹਿਗੁਰੂ ਜੀ ਫਤਿਹ। ਰੋਂਦੇ ਕਾਹਤੋਂ? ਮੈਨੇ ਦੱਸ ਰੋਣਾ ਨਹੀਂ ਹੈਗਾ। ਤੁਹਾਡੇ ਬੱਚੇ ਨਹੀਂ ਹੈਗੇ ਅਸੀਂ ਦੱਸੋ। ਰੋਣਾ ਨਹੀਂ। ਰੋਣਾ ਨਹੀਂ ਹੈਗਾ। ਰੋਣਾ ਨਹੀਂ। ਤੁਸੀਂ ਆ ਗਿਆ ਕੁਛ ਕਹਿਣਾ ਚਾਹੁੰਦੇ ਹੋ? ਨਹੀਂ ਕੁਛ ਨਹੀਂ ਕਹਿਣਾ ਜੀ। ਪਰ ਉੱਥੇ ਤੁਸੀਂ ਉੱਥੇ ਕੋਈ ਗੱਲ ਨਹੀਂ। ਠੀਕ ਹੋ ਜਾਣਾ ਤੁਸੀਂ। ਬਿਲਕੁਲ ਠੀਕ ਹੈ ਨਾ? ਬਿਲਕੁਲ ਤੰਦਰੁਸਤ ਹੋ ਜਾਣਾ। ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ, ਪਾਠ ਕਰਿਆ ਕਰੋ। ਮੈਨੂੰ ਨਹੀਂ ਹੁੰਦਾ ਤੇ ਕਰਨਾ ਕੁਛ ਵੀ। ਅਨਪੜ੍ਹ ਨਾ ਮੁਝ ਤਾਂ ਕੋਈ ਨਹੀਂ। ਜੀ ਠੀਕ ਹੋ ਜਾਏਗਾ ਬਾਪੂ ਜੀ। ਠੀਕ ਹੋ ਤੇ ਬਾਪੂ ਜੀ ਨਾ ਜੀ ਪਹਿਲਾਂ ਬੜੀ ਚੜ੍ਹਦੀ ਕਲਾ, ਹੁਣ ਵੀ ਸਾਡੇ ਸਤਿਕਾਰਯੋਗ ਨੇ ਬਾਪੂ ਜੀ। ਵੈਸੇ ਭਾਵਕ ਹੋ ਗਏ ਅਸੀਂ ਇਹਨਾਂ ਦੇ ਬੱਚੇ ਆ ਬਾਪੂ ਜੀ। ਜੇ ਤੁਸੀਂ ਰੋਵੋਗੇ ਫਿਰ ਸਾਡਾ ਜਿਹੜਾ ਮਨੋਬਲ ਟੁੱਟਦਾ। ਅਸੀਂ ਤੁਹਾਨੂੰ ਹਸਾਉਣ ਲਈ ਤਾਂ ਇੱਥੇ ਲੈ ਕੇ ਆਏ ਆ। ਹੱਸਣਾ ਤੁਸੀਂ ਸਾਨੂੰ ਬਹੁਤ એનર્ਜੀ ਮਿਲਦੀ ਹੈ ਇਦਾਂ ਦੇ ਬਜ਼ੁਰਗਾਂ ਨੂੰ ਦੇਖ ਕੇ। ਪਰ ਰੋਣਾ ਨਹੀਂ ਜ਼ਿੰਦਗੀ 'ਚ ਜੀ। ਗੁਰੂ ਸਾਹਿਬ ਕਿਰਪਾ ਕਰਨਗੇ ਜੀ। ਬਾਕੀ ਸਾਡੇ ਤੋਂ ਕੋਈ ਵੀ ਸੰਗਤ ਜੀ ਗਲਤੀ ਹੋ ਜਾਏ ਯਾਰ ਨਹੀਂ ਫਿਰਦਾ ਹੀ ਹੁੰਦੇ ਹੋ ਜਾਂਦਾ। ਕਿਉਂਕਿ ਜ਼ਹਿਨ ਦੇ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਸੰਗਤ ਜੀ ਸੱਟਾਂ ਨੇ। ਬਾਪੂ ਜੀ ਸਾਡੇ ਸਤਿਕਾਰਯੋਗ ਨੇ, ਸਾਡੇ ਬਜ਼ੁਰਗਾਂ ਸਮਾਨ ਨੇ। ਤੇ ਹੁਣ ਇਹਨਾਂ ਨੇ ਸਾਡੀ ਕੀ ਹੰਡਾਇਆ, ਕੀ ਦੇਖਿਆ, ਚੰਗਾ ਮਾੜਾ, ਉਹ ਇਹੀ ਜਾਣਦੇ ਨੇ। ਇਹਨਾਂ ਤਾਂ ਰੱਬ ਜਾਣਦਾ ਹੈ। ਹੁਣ ਸਾਂਝਾ ਹਰ ਕੋਈ ਨਹੀਂ ਕਰ ਸਕਦਾ। ਕਿਹਾ ਜਾਂਦਾ ਹੈ ਕਿ ਆਪਣਾ ਝੱਗਾ ਚੱਕ ਕੇ ਹਰ ਕਿਸੇ ਨੂੰ ਨਹੀਂ ਵਿਖਾਇਆ ਜਾਂਦਾ, ਚਾਹੇ ਜਿੰਨੇ ਮਰਜ਼ੀ ਮਾੜੇ ਹਾਲਾਤਾਂ 'ਚ ਕਿਉਂ ਨਾ ਹੋਵੇ। ਕਹਿੰਦੇ ਨੇ ਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਦੀ ਬਦਨਾਮੀ ਨਹੀਂ ਕਰ ਸਕਦੇ। ਨਿਆਣੇ ਅੱਜ ਕੱਲ੍ਹ ਇੰਨੇ ਡਿੱਗ ਗਏ ਨੇ ਕਿ ਮਾਪਿਆਂ ਨੂੰ ਬਦਨਾਮ ਕਰਨ ਲੱਗੇ
ਮਿੰਟ ਨਹੀਂ ਲਾਉਂਦੇ। ਪਰ ਅਸੀਂ ਅੱਜ ਇਹ ਨਹੀਂ ਸੋਚਣਾ ਕਿ ਉਹ ਕਿਉਂ ਰੋ ਰਹੇ ਨੇ, ਅਸੀਂ ਇਹ ਸੋਚਣਾ ਕਿ ਅਸੀਂ ਹੰਝੂ ਕਿੱਦਾਂ ਪੂੰਝਣੇ ਨੇ। ਅਸੀਂ ਇਹ ਨਹੀਂ ਦੇਖਣਾ ਕਿ ਉੱਥੇ ਕੋਈ ਡਿੱਗਿਆ ਪਿਆ ਹੈ ਤੇ ਉਹਦੇ ਕੀੜੇ ਪਏ ਨੇ, ਕੋਈ ਹੋਰ ਆ ਕੇ ਸਾਂਭ ਲੂਗਾ। ਅਸੀਂ ਆਪ ਜਾ ਕੇ ਹਿੰਮਤ ਕਰਨੀ ਹੈ ਕੱਢਣ ਦੀ। ਜੇ ਨਹੀਂ ਕੱਢੇ ਜਾਂਦੇ ਤੁਹਾਡੇ ਤੋਂ, ਅਗਰ ਤੁਹਾਨੂੰ ਦਰਦ ਹੁੰਦਾ ਹੈ ਉਸ ਇਨਸਾਨ ਨੂੰ ਦੇਖ ਕੇ, ਤਾਂ ਘੱਟੋ ਘੱਟ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਕਾਲ ਕਰਕੇ ਸਾਨੂੰ ਇਨਫੋਰਮ ਕਰ ਸਕਦੇ ਹੋ ਤੁਸੀਂ। ਕਿਉਂਕਿ ਪਾਲ ਖਰੋੜ ਵਰਗੇ ਵੀਰ ਜਿਹੜੇ ਹੈਗੇ ਨੇ, ਜਿਨ੍ਹਾਂ ਨੂੰ ਰੱਬ ਨੇ ਸੇਵਾ ਇਹ ਬਖਸ਼ੀ ਆ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉੱਥੇ ਤੱਕ ਪਹੁੰਚੀਏ। ਜੇ ਕਿਸੇ ਨੂੰ ਵੀ ਪਰਮਾਤਮਾ ਨੇ ਇਨਸਾਨ ਦੀ ਜੂਨ ਦਿੱਤੀ ਹੈ ਤਾਂ ਉਹ ਕਹਿੰਦੇ ਕਿ ਨਰਕ ਦੀ ਜ਼ਿੰਦਗੀ ਨਾ ਬਤੀਤ ਕਰੇ, ਭਿਸ਼ਟਾ ਦੇ ਜੰਤ ਦੀ ਜ਼ਿੰਦਗੀ ਨਾ ਬਤੀਤ ਕਰੇ, ਉਹਦੇ ਵਿੱਚੋਂ ਅਸੀਂ ਕੱਢ ਕੇ ਉਸ ਨੂੰ ਇੱਕ ਇਨਸਾਨੀ ਜੂਨ ਦੇ ਸਕੀਏ। ਜੇਕਰ ਇਸ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਤਿਲ ਫੁੱਲ ਭੇਟਾ ਕਰਨਾ ਚਾਹੁੰਦੇ ਹੋ, ਕੋਈ ਐਫਰਟ ਕਰਦੇ ਹੋ, ਤਾਂ ਹੋ ਸਕਦਾ ਹੈ ਤੁਹਾਡਾ ਅੱਜ ਤੇ ਕੱਲ੍ਹ ਬਹੁਤ ਸੁਖਾਲਾ ਹੋਵੇ। ਕਿਉਂਕਿ ਦੂਜਿਆਂ ਨੂੰ ਅਸੀਂ ਕਹਿ ਕੇ ਦਾਨ ਦੇਣਾ ਜਾਂ ਦੂਜਿਆਂ ਨੂੰ ਦਿਖਾਵਾ ਕਰਕੇ ਦਾਨ ਦੇਣਾ ਹੋਰ ਚੀਜ਼ ਹੈ। ਦਿਲੋਂ ਕਿਸੇ ਦੇ ਨਾਲ ਆ ਕੇ ਖੜਨਾ, ਕਿਸੇ ਦਾ ਦਰਦ ਮਹਿਸੂਸ ਕਰਕੇ ਉਹਨੂੰ ਗਲਵਕੜੀ ਵਿੱਚ ਲੈਣਾ, ਉਹ ਲੱਖਾਂ ਕਰੋੜਾਂ ਰੁਪਏ ਦੀ ਦੌਲਤ ਤੋਂ ਵੀ ਵੱਧ ਕੇ ਹੈ ਜੋ ਤੁਸੀਂ ਦੂਜਿਆਂ ਨੂੰ ਦੇ ਰਹੇ ਹੋ ਤੇ ਆਪਣੇ ਕਰਮ ਜੋ ਸਿੱਧੇ ਕਰ ਰਹੇ ਹੋ। ਇਸ ਲਈ ਅੰਤ ਦੇ ਵਿੱਚ ਇਹੀ ਕਹਾਂਗਾ ਕਿ ਇਸ ਸਵਰਗ ਦੇ ਵਿੱਚ ਇੱਕ ਵਾਰ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਵੀਰ, ਭੈਣ, ਭਰਾ, ਬਜ਼ੁਰਗ ਮੇਰੇ, ਉਹ ਜ਼ਰੂਰ ਚੱਕਰ ਮਾਰ ਕੇ ਜਾਣਾ। ਇੱਕ ਵਾਰ ਐਡਰੈਸ ਫਿਰ ਤੋਂ ਦੱਸ ਦਿਓ ਤਾਂ ਕਿ ਸੰਗਤ ਨੂੰ ਪਤਾ ਲੱਗ ਜੇ। ਜੀ ਸੰਗਤ ਜੀ, ਇਹ ਪਟਿਆਲੇ ਸ਼ਹਿਰ ਤੋਂ ਜੀ ਜਦੋਂ ਭਾਸੋ ਰੋਡ ਨੂੰ ਆਪਾਂ ਆਉਂਦੇ ਆ ਜੀ, ਤਾਂ ਅੱਗੇ ਲਾਅ ਯੂਨੀਵਰਸਿਟੀ ਆਉਂਦੀ ਹੈ ਜੀ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ। ਉਸ ਤੋਂ ਥੋੜਾ ਅੱਧਾ ਕੁ ਕਿਲੋਮੀਟਰ ਅੱਗੇ ਜੀ ਲਚਕਾਣੀ ਪਿੰਡ ਦੀ ਉਹ ਜ਼ਮੀਨ ਦੇ ਵਿੱਚ ਜੀ, ਵੱਡੇ ਰੋਡ ਤੋਂ ਬਿਲਕੁਲ ਨਾਲ ਜੀ ਇਹ ਆਸ਼ਰਮ ਆ ਜੀ। ਆਪਣਾ ਫਰਜ਼ ਸੇਵਾ ਸੁਸਾਇਟੀ, ਪਿੰਡ ਲਚਕਾਣੀ ਆ ਸਾਡਾ ਜੀ। ਤੇ ਸਾਡਾ ਮੋਬਾਈਲ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ ਜੀ, 7307 000085। ਬਾਕੀ ਤੁਸੀਂ ਵੀਰ ਜੀ ਉਹਨਾਂ ਨਾਲ ਗੱਲ ਕਰਕੇ ਸਾਡੇ ਤੱਕ ਜਰੂਰ ਮਿਲਣ ਲਈ ਜਰੂਰ ਆਇਆ ਕਰੋ। ਸਾਡੀ ਸਭ ਤੋਂ ਵੱਡੀ ਭੁੱਖ ਆ ਸੰਗਤ ਜੀ। ਬਾਕੀ ਕੋਈ ਸਾਡੇ ਤੋਂ ਗਲਤੀ ਹੋ ਗਈ ਮਾਫੀ ਦਿਓ ਜੀ। ਅਸੀਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਾਕੀ ਸੰਗਤ ਜੀ, ਜੇ ਤੁਹਾਨੂੰ ਕੋਈ ਕਿਤੇ ਕਿਸੇ ਗੁਲਾਮੀ ਦੇ ਵਿੱਚ ਕੋਈ ਇਨਸਾਨ ਮਿਲਦਾ, ਕਿਸੇ ਵੀ ਘਰ ਦੇ ਵਿੱਚ, ਜਾਂ ਕਿਤੇ ਤਸ਼ੱਦਦ ਹੋ ਰਿਹਾ, ਜਾਂ ਕੋਈ ਕੀੜਿਆਂ ਤੋਂ ਖਾਧਿਆ ਜਾ ਰਿਹਾ ਇਨਸਾਨ ਆ, ਜਾਂ ਕੋਈ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਤੁਹਾਨੂੰ ਇਨਸਾਨ ਦਿਖਦਾ, ਤਾਂ ਤੁਸੀਂ ਸਾਡੇ ਤੱਕ ਜਰੂਰ ਪਹੁੰਚ ਕਰਿਓ। ਅਸੀਂ ਕੋਸ਼ਿਸ਼ ਕਰਾਂਗੇ ਇਸ ਚੀਜ਼ ਦੇ ਵਿੱਚ ਤੁਹਾਡੇ ਨਾਲ ਖੜਨ ਦੀ। ਬਾਕੀ ਕਿਉਂਕਿ ਅਸੀਂ ਭਗਵਾਨ ਨਹੀਂ ਕੋਈ ਜੀ, ਅਸੀਂ ਇਨਸਾਨ ਆ। ਗੁਰੂ ਸਾਹਿਬ ਕਿਰਪਾ ਕਰਨਗੇ, ਅਸੀਂ ਤੁਹਾਡੇ ਨਾਲ ਜ਼ਰੂਰ ਖੜਨ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਅੰਤ ਦੇ ਵਿੱਚ ਇਹੀ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਮੰਦਿਰ ਗੁਰਦੁਆਰੇ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਦਰਗਾਹ ਜਾਂਦੇ ਹਾਂ, ਨਤਮਸਤਕ ਹੁੰਦੇ ਹਾਂ ਰੱਬ ਦੇ ਕੋਲ, ਆਪਣੀਆਂ ਇੱਛਾਵਾਂ ਲੈ ਕੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਸੇਵਾ ਵਾਸਤੇ ਵੀ ਜਾਂਦੇ ਹਾਂ। ਪਰ ਮੈਂ ਇਹੀ ਕਹਾਂਗਾ ਕਿ ਤੁਸੀਂ ਜੇ ਵਾਕਈ ਹੀ ਰੱਬ ਦੇ ਘਰ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਹੋ, ਜੇ ਉਸ ਦੇ ਦਰ 'ਤੇ ਸੱਚੀ ਹਾਜ਼ਰੀ ਲਵਾਉਣਾ ਚਾਹੁੰਦੇ ਹੋ, ਤਾਂ ਇੱਕ ਵਾਰ ਇੱਥੇ ਆ ਕੇ ਹਾਜ਼ਰੀ ਜ਼ਰੂਰ ਲਵਾ ਦੇਣਾ। ਉਸ ਦਰ 'ਤੇ ਤੁਹਾਡੀ ਹਾਜ਼ਰੀ ਆਪੇ ਕਬੂਲ ਹੋਵੇਗੀ। ਇਸੇ ਦੇ ਨਾਲ ਆਪਣੇ ਹੋਸਟ ਦੇ ਦੋਸਤ ਪ੍ਰੀਤ ਸੈਣੀ ਨੂੰ ਦਿਓ ਇਜਾਜ਼ਤ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।